ਦਹਨ ਪਿਆ ਗੋਵਿੰਦ ਪ੍ਰਗਟਾਇਆ। ਹਮੈ ਦ੍ਰਿਸ਼ਟ ਸ਼ੁਭ ਕਰ ਹਰੈ ਅਗ ਪਾਪ ਸਕਲ ਮਲ। ਕਾਮ ਕ੍ਰੋਧ ਅਰ ਲੋਭ ਮੋਹ ਵਸ ਕਰੈ ਸਭੈ ਬਲ। ਸਦਾ ਸੁਖ ਮਨ ਵਸੈ ਦੁਖ ਸੰਸਾਰਹ ਖੋਵੈ। ਗੁਰ ਨਵ ਨਿਧ ਦਰਿਆਉ ਜਨਮ ਹਮ ਕਾਲਖ ਧੋਵੈ। ਸੋ ਕਹੋ ਟਲ ਗੁਰ ਸੇਵੀਐ ਅਹਨਸ ਸਹਜ ਸੁਭਾਏ। ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ। ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ। ਪਰਮ ਸਨਮਾਨਯੋਗ ਚਬਰ ਛਤਰ ਤਖਤ ਦੇ ਮਾਲਕ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਸਤਿਗੁਰਾਂ ਦੀ ਪਵਿੱਤਰ ਹਜ਼ੂਰੀ ਵਿੱਚ ਬੜੇ ਹੀ ਅਦਬ ਸਹਿਤ ਜੁੜ ਬੈਠੇ ਗੁਰੂ ਸਵਾਰੇ ਸਤ ਸੰਗੀ ਜਨੋ, ਆਪ ਸਭ ਅਤਿਅੰਤ ਵਡਭਾਗੇ ਹੋ ਜੋ ਅੰਮ੍ਰਿਤ ਵੇਲੇ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਕੇ ਗੁਰੂ ਸਵਾਰੇ ਕੀਰਤਨੀਆਂ ਦੇ ਪਾਸੋਂ ਪਾਵਨ ਬਾਣੀ ਆਸਾ ਕੀ ਵਾਰ ਦਾ ਕੀਰਤਨ ਸਰਵਨ ਕਰ ਰਹੇ ਸੀ। ਅੱਜ ਬਾਲਾ ਪ੍ਰੀਤਮ 8ਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਸਤਿਗੁਰਾਂ ਦਾ ਪਾਵਨ ਪ੍ਰਕਾਸ਼ ਪੁਰਬ ਦਿਹਾੜਾ ਸਮੁੱਚੇ ਹੀ ਵਿਸ਼ਵ ਭਰ ਦੇ ਅੰਦਰ ਵਸਦੇ ਨਾਨਕ ਨਾਮ ਲੇਵਾ ਸਿੱਖਾਂ ਵੱਲੋਂ ਬੜੇ ਹੀ ਸ਼ਰਧਾ ਸਤਿਕਾਰ ਸਹਿਤ ਮਨਾਇਆ ਜਾ ਰਿਹਾ ਹੈ। ਸੋ ਸਤਿਗੁਰਾਂ ਦੇ ਪਾਵਨ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅੱਜ ਦੇ ਵਿਸ਼ੇਸ਼ ਦੀਵਾਨ ਸਜ ਰਹੇ ਨੇ। ਆਓ ਸਾਧ ਸੰਗਤ ਆਪਾਂ ਵੀ ਗੁਰੂ ਕੇ ਚਰਨਾਂ ਵਿੱਚ ਜੁੜ ਕਰਕੇ ਮਹਾਰਾਜ ਜੀ ਦੇ ਜੀਵਨ ਇਤਿਹਾਸ ਦੇ ਵਿੱਚੋਂ ਕੁਝ ਬਚਨਾਂ ਦੀ ਸਾਂਝ ਪਾਉਣੀ ਹੈ। ਆਓ ਕਰੋ ਕਿਰਪਾ ਸਮੁੱਚੀ ਸੰਗਤ ਵਿਚਾਰਾਂ ਆਰੰਭਣ ਤੋਂ ਪਹਿਲਾਂ ਸਤਿਗੁਰਾਂ ਦੇ ਚਰਨਾਂ ਵਿੱਚ ਸੀਸ ਝੁਕਾਉਂਦਿਆਂ ਹੋਇਆਂ ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਮੁਬਾਰਕ ਗੋਦ ਵਿੱਚ ਜੁੜ ਬੈਠੇ ਗੁਰੂ ਸਵਾਰਿਓ ਅਤੇ ਦੇਸ਼ਾਂ ਵਿਦੇਸ਼ਾਂ ਦੇ ਅੰਦਰ ਫਤਿਹ ਟੀਵੀ ਦੁਆਰਾ ਸਿੱਧੇ ਪ੍ਰਸਾਰਣ ਦੇ ਰਾਹੀਂ ਗੁਰੂ ਚਰਨਾਂ ਨਾਲ ਜੁੜ ਰਹੀ ਸਰਬੱਤ ਸਾਧ ਸੰਗਤ ਜੀ, ਸਭ ਤੋਂ ਪਹਿਲਾਂ ਬਾਲਾ ਪ੍ਰੀਤਮ 8ਵੇਂ ਪਾਤਸ਼ਾਹ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਸਤਿਗੁਰਾਂ ਦੇ ਪਾਵਨ ਪ੍ਰਕਾਸ਼ ਪੁਰਬ ਦੀਆਂ ਸਮੁੱਚੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ। ਅੱਜ ਦੇ ਸ਼ੁਭ ਦਿਹਾੜੇ ਕੀਰਤਪੁਰ ਸਾਹਿਬ ਦੀ ਪਾਵਨ ਧਰਤੀ ਤੇ ਮਾਤਾ ਕ੍ਰਿਸ਼ਨ ਕੌਰ ਜੀ, ਗੁਰੂ ਹਰਿਰਾਏ ਸਾਹਿਬ ਜੀ ਸਤਿਗੁਰਾਂ ਦਾ ਪ੍ਰਕਾਸ਼
ਗੁਰੂ ਹਰਿਰਾਏ ਸਾਹਿਬ ਜੀ ਦੇ ਗ੍ਰਹਿ ਵਿਖੇ ਹੋਇਆ। ਸੰਨ 1656 ਦੇ ਅੰਦਰ ਜਿਸ ਜਗ੍ਹਾ ਸਤਿਗੁਰਾਂ ਦਾ ਪਾਵਨ ਪ੍ਰਕਾਸ਼ ਹੋਇਆ, ਗੁਰਦੁਆਰਾ ਸ਼ੀਸ਼ ਮਹਿਲ ਉੱਥੇ ਸਥਾਪਿਤ ਹੈ। ਇਹ ਕੀਰਤਪੁਰ ਸਾਹਿਬ ਦੀ ਪਾਵਨ ਧਰਤੀ, ਜੋ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸਤਿਗੁਰਾਂ ਦੇ ਹੁਕਮ ਦੇ ਨਾਲ ਬਾਬਾ ਗੁਰਦਿੱਤਾ ਜੀ ਨੇ ਇਹ ਧਰਤੀ ਨੂੰ ਆਬਾਦ ਕੀਤਾ, ਵਸਾਇਆ। ਇੱਥੇ ਹੀ ਗੁਰੂ ਹਰਿਰਾਏ ਸਾਹਿਬ ਜੀ ਦਾ ਪ੍ਰਕਾਸ਼ ਵੀ ਹੋਇਆ। ਇਸੇ ਧਰਤੀ ਤੇ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ ਸਤਿਗੁਰਾਂ ਦਾ ਪ੍ਰਕਾਸ਼ ਹੋਇਆ। ਤੇ ਜਦੋਂ ਸਤਿਗੁਰਾਂ ਦਾ ਪ੍ਰਕਾਸ਼ ਹੋਇਆ, ਉਸ ਵੇਲੇ ਜਿਹੜੇ ਰਾਜਸੀ ਹਾਲਾਤ ਨੇ ਕੁਝ ਇਸ ਪ੍ਰਕਾਰ ਦੇ ਸਨ। ਔਰੰਗਜ਼ੇਬ ਆਪਣੇ ਭਰਾਵਾਂ ਨੂੰ ਕਤਲ ਕਰਕੇ, ਪਿਤਾ ਨੂੰ ਕੈਦ ਕਰਕੇ, ਬਹੁਤ ਸਾਰੇ ਹੋਰ ਲੋਕਾਂ ਨੂੰ ਖਤਮ ਕਰਨ ਤੋਂ ਬਾਅਦ ਦਿੱਲੀ ਦੇ ਤਖਤ ਤੇ ਬੈਠਦਾ ਹੈ। ਇੱਧਰ ਸਤਵੇਂ ਪਾਤਸ਼ਾਹ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ ਗੁਰਤਾ ਗੱਦੀ ਤੇ ਵਿਰਾਜਮਾਨ ਨੇ, ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜਿਨ੍ਹਾਂ ਨੇ ਵਕਤ ਦੀ ਹਕੂਮਤ ਦੇ ਨਾਲ 4 ਜੰਗਾਂ ਲੜੀਆਂ ਅਤੇ ਜਿੱਤੀਆਂ, ਸਤਿਗੁਰੂ ਪਾਤਸ਼ਾਹ ਨੇ ਗੁਰੂ ਹਰਿਰਾਏ ਸਾਹਿਬ ਮਹਾਰਾਜ ਨੂੰ ਵੀ ਹੁਕਮ ਕੀਤਾ ਕਿ ਉਹ ਵੀ ਆਉਣ ਵਾਲੇ ਹਾਲਾਤਾਂ ਦੇ ਲਈ ਤਿਆਰ ਬਰ ਤਿਆਰ ਰਹਿਣ। ਇਸ ਕਰਕੇ ਸਤਵੇਂ ਪਾਤਸ਼ਾਹ ਗੁਰੂ ਹਰਿਰਾਏ ਸਾਹਿਬ ਮਹਾਰਾਜ ਵੀ ਆਪਣੇ ਨਾਲ 2200 ਘੋੜ ਸਵਾਰਾਂ ਨੂੰ ਹਰ ਵੇਲੇ ਤਿਆਰ ਬਰ ਤਿਆਰ ਰੱਖਦੇ ਸਨ। ਤੇ ਜਿਸ ਵੇਲੇ ਗੁਰੂ ਹਰਿਰਾਏ ਸਾਹਿਬ ਮਹਾਰਾਜ ਨੂੰ ਗੁਰਤਾ ਗੱਦੀ ਦੀ ਪ੍ਰਾਪਤੀ ਹੋਈ, ਉਸ ਵੇਲੇ ਗੁਰੂ ਹਰਿਰਾਏ ਸਾਹਿਬ ਜੀ ਦੇ ਵੱਡੇ ਭਰਾ ਬਾਬਾ ਧੀਰ ਮੱਲ, ਉਹਨਾਂ ਦੇ ਵੱਲੋਂ ਵਿਰੋਧਤਾ ਕੀਤੀ ਗਈ, ਇਹ ਕਹਿ ਕੇ ਕਿ ਮੈਂ ਵੱਡਾ ਭਰਾ ਹਾਂ, ਇਸ ਕਰਕੇ ਗੁਰਿਆਈ ਦਾ ਹੱਕ ਮੇਰਾ ਬਣਦਾ ਹੈ। ਪਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਗੁਰਿਆਈ ਦੀ ਬਖਸ਼ਿਸ਼ ਗੁਰੂ ਹਰਿਰਾਏ ਸਾਹਿਬ ਨੂੰ ਕੀਤੀ। ਧੀਰ ਮੱਲ ਨੇ ਆਪਣੀ ਵਿਰੋਧਤਾ ਜਿਹੜੀ ਸੀ ਉਹ ਜਾਰੀ ਰੱਖੀ। ਗੁਰਿਆਈ ਦੀ ਪ੍ਰਾਪਤੀ ਵਾਸਤੇ ਔਰੰਗਜ਼ੇਬ ਨੂੰ ਵੀ ਕਈ ਚਿੱਠੀਆਂ ਲਿਖੀਆਂ ਕਿ ਤੁਸੀਂ ਮੇਰੀ ਸਹਾਇਤਾ ਕਰੋ ਤਾਂ ਕਿ ਮੈਨੂੰ ਗੁਰਤਾ ਗੱਦੀ ਮਿਲ ਸਕੇ, ਇਹ ਮੇਰਾ ਅਧਿਕਾਰ ਹੈ, ਮੈਂ ਵੱਡਾ ਪੁੱਤਰ ਹਾਂ। ਪਰ ਸਾਧ ਸੰਗਤ ਧੀਰ ਮੱਲ ਦੀਆਂ ਇਹ ਕੋਸ਼ਿਸ਼ਾਂ ਕਾਮਯਾਬ ਨਾ ਹੋ ਸਕੀਆਂ। ਪਰ ਵਕਤ ਦੀ ਹਕੂਮਤ ਨੇ ਇਹ ਅੰਦਾਜ਼ਾ ਲਾ ਲਿਆ ਸੀ ਕਿ ਗੁਰਿਆਈ ਦੇ ਖਾਤਰ ਧੀਰ ਮੱਲ ਦੇ ਵੱਲੋਂ ਜਿਹੜੇ ਯਤਨ ਕੀਤੇ ਜਾ ਰਹੇ ਨੇ, ਜੇ ਉਹਨੂੰ ਥੋੜਾ ਜਿਹਾ ਹੋਰ ਸ਼ਹਿ ਦਿੱਤੀ ਜਾਵੇ ਤੇ ਗੁਰੂ ਘਰ ਦੇ ਵਿੱਚ ਆਪਸ ਦੇ ਵਿੱਚ ਵੈਰ ਵਿਰੋਧ ਈਰਖਾ ਵੱਧ ਸਕਦੀ ਹੈ। ਇਸ ਨਜਾਇਜ਼ ਜਿਹੜੀ ਫੁੱਟ ਪੈਦਾ ਕਰਕੇ ਇਹਦਾ ਫਾਇਦਾ ਲੈਣਾ ਚਾਹੁੰਦੀ ਸੀ ਵਕਤੀ ਹਕੂਮਤ। ਸੋ ਸਮਾਂ ਆਉਣ ਤੇ ਔਰੰਗਜ਼ੇਬ ਨੇ ਮਹਾਰਾਜ ਨੂੰ ਫਿਰ ਚਿੱਠੀ ਲਿਖੀ ਗੁਰੂ ਹਰਿਰਾਏ ਸਾਹਿਬ ਜੀ ਨੂੰ ਕਿ ਤੁਸੀਂ ਦਿੱਲੀ ਦਰਬਾਰ ਦੇ ਵਿੱਚ ਆਵੋ ਤੇ ਧੀਰ ਮੱਲ ਦੀਆਂ ਜੋ ਸ਼ਿਕਾਇਤਾਂ ਨੇ ਉਹਦੇ ਬਾਬਤ ਆਪ ਜੀ ਨਾਲ ਵਿਚਾਰ ਕਰਨੀ ਹੈ। ਪਰ ਗੁਰੂ ਹਰਿਰਾਏ ਸਾਹਿਬ ਮਹਾਰਾਜ ਬਿਲਕੁਲ ਬਾਦਸ਼ਾਹ ਦੀ ਇਸ ਗੱਲ ਨੂੰ ਉਹਨਾਂ ਨੇ ਪ੍ਰਵਾਨ ਨਹੀਂ ਕੀਤਾ ਤੇ ਮਹਾਰਾਜ ਦਿੱਲੀ ਨਹੀਂ ਗਏ। ਕਹਿੰਦੇ ਕੁਝ ਸਮੇਂ ਬਾਅਦ ਫਿਰ ਦਿੱਲੀ ਤੋਂ ਬੁਲਾਵੇ ਆਉਂਦੇ ਰਹੇ ਤੇ ਸਤਿਗੁਰੂ ਜੀ ਨੇ ਆਪ ਜਾਣ ਦੀ ਥਾਵੇਂ ਫਿਰ ਆਪਣੇ ਵੱਡੇ ਸਾਹਿਬਜ਼ਾਦੇ ਬਾਬਾ ਰਾਮ ਰਾਏ ਜੀ ਨੂੰ ਦਿੱਲੀ ਭੇਜਿਆ ਕਿ ਸਾਡੀ ਜਗ੍ਹਾ ਤੇ ਤੁਸੀਂ ਜਾਓ ਤੇ ਤੁਸੀਂ ਜਾ ਕੇ ਔਰੰਗਜ਼ੇਬ ਦੇ ਜੋ ਵੀ ਸ਼ੰਕੇ ਹਨ ਉਹਨਾਂ ਦੀ ਨਿਵਰਤੀ ਕਰਨੀ ਹੈ। ਸਾਰੀ ਗੱਲਬਾਤ ਚੰਗੀ ਤਰ੍ਹਾਂ ਕਰਕੇ ਆਇਓ। ਜੇ ਬਾਣੀ ਦੇ ਪ੍ਰਤੀ
ਕੋਈ ਵੀ ਮਨ ਵਿੱਚ ਸ਼ੰਕਾ ਹੋਵੇ ਉਹ ਵੀ ਤੁਸੀਂ ਦੂਰ ਕਰਨਾ ਹੈ। ਤੇ ਸਿੱਖ ਇਤਿਹਾਸ ਦੇ ਵਿੱਚ ਜ਼ਿਕਰ ਮਿਲਦਾ ਜਿਸ ਵੇਲੇ ਬਾਬਾ ਰਾਮ ਰਾਏ ਜੀ ਘਰੋਂ ਤੁਰਨ ਲੱਗੇ ਨੇ ਤੇ ਗੁਰੂ ਹਰਿਰਾਏ ਸਾਹਿਬ ਜੀ ਨੇ ਇਹ ਗੱਲ ਬਕਾਇਦਾ ਤੌਰ ਤੇ ਆਖੀ ਕਿ ਵੇਖਿਓ ਕਿਤੇ ਵਕਤੀ ਤੌਰ ਤੇ ਜੋ ਬਾਦਸ਼ਾਹ ਹੈ ਤੁਹਾਡੇ ਉੱਪਰ ਬੜਾ ਪ੍ਰਭਾਵ ਪਾਉਣਗੇ, ਪਰ ਉਹਨਾਂ ਦਾ ਕੋਈ ਵੀ ਪ੍ਰਭਾਵ ਨਾ ਕਬੂਲਿਓ। ਗੁਰੂ ਨਾਨਕ ਸਾਹਿਬ ਜੀ ਤੁਹਾਡੇ ਤੇ ਸਦਾ ਹੀ ਮਿਹਰ ਭਰਿਆ ਹੱਥ ਰੱਖਣਗੇ। ਅਕਾਲ ਪੁਰਖ ਦਾ ਓਟ ਆਸਰਾ ਲੈ ਕੇ ਤੁਸੀਂ ਹਰ ਗੱਲ ਦਾ ਜਵਾਬ ਦੇਣਾ ਹੈ, ਕੋਈ ਵੀ ਬਾਦਸ਼ਾਹੀ ਦਾ ਪ੍ਰਭਾਵ ਨਹੀਂ ਕਬੂਲਣਾ। ਪਰ ਜਦੋਂ ਬਾਬਾ ਰਾਮ ਰਾਏ ਜੀ ਔਰੰਗਜ਼ੇਬ ਦੇ ਕੋਲ ਜਾਂਦੇ ਨੇ ਤੇ ਔਰੰਗਜ਼ੇਬ ਨੇ ਲੋੜ ਤੋਂ ਜ਼ਿਆਦਾ ਹੀ ਸਤਿਕਾਰ ਬਾਬਾ ਰਾਮ ਰਾਏ ਨੂੰ ਦਿੱਤਾ, ਬੜੀ ਖੁਸ਼ਾਮਦ ਕੀਤੀ, ਬੜੀ ਆਓ ਭਗਤ ਕੀਤੀ। ਤੇ ਜਿਸ ਵੇਲੇ ਬਾਣੀ ਦੇ ਬਾਬਤ ਵਿਚਾਰਾਂ ਸ਼ੁਰੂ ਹੋਈਆਂ ਤੇ ਬਾਬਾ ਰਾਮ ਰਾਏ ਜੀ ਮਨ ਹੀ ਮਨ ਸੋਚਣ ਲੱਗੇ ਕਿ ਜੇ ਬਾਣੀ ਦੇ ਬਿਲਕੁਲ ਸਪਸ਼ਟ ਅਰਥ ਕੀਤੇ ਤੇ ਹੋ ਸਕਦਾ ਬਾਦਸ਼ਾਹ ਕਿਤੇ ਨਾਰਾਜ਼ ਨਾ ਹੋ ਜਾਏ। ਇਸ ਕਰਕੇ ਜਿਸ ਵੇਲੇ ਆਸਾ ਕੀ ਵਾਰ ਦੇ ਵਿੱਚੋਂ ਇਹਨਾਂ ਪਾਵਨ ਬਚਨਾਂ ਦੇ ਬਾਬਤ ਔਰੰਗਜ਼ੇਬ ਦੇ ਵਿਅਕਤੀ ਜਿਹੜੇ ਸਨ, ਸਲਾਹਕਾਰ ਮੰਤਰੀ ਮੰਡਲ ਸਾਰੇ ਬੈਠੇ, ਉਹਨਾਂ ਨੇ ਸਵਾਲ ਕੀਤਾ ਕਿ ਆਹ ਬਚਨ ਜਿਹੜੇ ਨੇ ਇਹਨਾਂ ਦਾ ਕੀ ਭਾਵ ਹੈ। ਮਿੱਟੀ ਮੁਸਲਮਾਨ ਕੀ ਪੇੜੇ ਪਈ ਕੁਮਿਆਰ। ਸੋ ਇਹ ਬਚਨਾਂ ਦੇ ਰਾਹੀਂ ਗੁਰੂ ਨਾਨਕ ਸਾਹਿਬ ਜੀ ਨੇ ਇਸਲਾਮ ਧਰਮ ਦੇ ਅੰਦਰ ਚੱਲ ਰਹੀ ਇਹ ਮਨੌਤ ਕਿ ਕਿਆਮਤ ਵਾਲੇ ਦਿਨ ਕਬਰਾਂ ਦੇ ਵਿੱਚੋਂ ਮੁਰਦੇ ਉੱਠ ਕੇ ਖੜੇ ਹੋ ਜਾਣਗੇ ਤੇ ਕਚਹਿਰੀ ਲੱਗੇਗੀ, ਉਹਨਾਂ ਨੂੰ ਫਿਰ ਕੀਤੇ ਕਰਮਾਂ ਦੇ ਹਿਸਾਬ ਨਾਲ ਫਲ ਮਿਲੇਗਾ, ਕਈਆਂ ਨੂੰ ਦੰਡ ਮਿਲੇਗਾ। ਇਹ ਵਿਚਾਰਧਾਰਾ ਨੂੰ ਖੰਡਨ ਕਰਨ ਵਾਸਤੇ ਮਹਾਰਾਜ ਨੇ ਸ਼ਲੋਕ ਦੇ ਵਿੱਚ ਸਮਝਾਇਆ ਕਿ ਸਰੀਰ ਤੇ ਮਿੱਟੀ ਦੇ ਵਿੱਚ ਮਿੱਟੀ ਹੋ ਗਏ ਨੇ, ਉਹ ਮਿੱਟੀ ਘੁਮਿਆਰ ਪੁੱਟ ਕੇ ਲੈ ਗਏ ਨੇ, ਉਹਨਾਂ ਦੇ ਘੜੇ ਬਣ ਗਏ ਨੇ, ਭਾਂਡੇ ਬਣ ਗਏ, ਪਤਾ ਨਹੀਂ ਕਿੱਥੇ ਕਿੱਥੇ ਪਹੁੰਚ ਗਏ। ਤੁਸੀਂ ਕਿਆਮਤ ਵਾਲਾ ਦਿਨ ਉਡੀਕੀ ਜਾਂਦੇ ਹੋ। ਸੋ ਜੇਕਰ ਇਹਦੇ ਬਿਲਕੁਲ ਕਲੀਅਰ ਅਰਥ ਕਰ ਦਿੱਤੇ ਜਾਂਦੇ ਤੇ ਬਾਬਾ ਰਾਮ ਰਾਏ ਦੇ ਮਨ ਵਿੱਚ ਸਵਾਲ ਇਹੋ ਹੀ ਸੀ ਕਿ ਕਿਤੇ ਬਾਦਸ਼ਾਹ ਨਾਰਾਜ਼ ਨਾ ਹੋ ਜਾਏ। ਇਸ ਕਰਕੇ ਵਕਤੀ ਤੌਰ ਤੇ ਬਾਦਸ਼ਾਹ ਨੂੰ ਖੁਸ਼ ਕਰਨ ਵਾਸਤੇ ਉੱਥੇ ਮੁਸਲਮਾਨ ਦੀ ਥਾਂ ਤੇ ਸ਼ਬਦ ਉਹਨਾਂ ਨੇ ਆਖਿਆ ਜੀ ਬੇਈਮਾਨ ਹੈ। ਬਾਦਸ਼ਾਹ ਤਾਂ ਖੁਸ਼ ਹੋ ਗਿਆ, ਪਰ ਜਦੋਂ ਸਤਿਗੁਰੂ ਤੱਕ ਇਹ ਖਬਰ ਪਹੁੰਚੀ ਤੇ ਮਹਾਰਾਜ ਨੇ ਆਖਿਆ ਕਿ ਬਾਬਾ ਰਾਮ ਰਾਏ ਜੀ ਅੱਜ ਤੋਂ ਬਾਅਦ ਸਾਡੇ ਮੱਥੇ ਨਾ ਲੱਗਣ। ਇਧਰ ਹੁਣ ਗੁਰਿਆਈ ਦਾ ਫੈਸਲਾ ਕਰਨਾ ਸੀ। ਗੁਰੂ ਹਰਿਰਾਏ ਸਾਹਿਬ ਮਹਾਰਾਜ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਗੁਰਿਆਈ ਦੀ ਬਖਸ਼ਿਸ਼ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਨੂੰ ਕਰਦੇ ਨੇ। 1656 ਦੇ ਅੰਦਰ ਸਤਿਗੁਰਾਂ ਦਾ ਪ੍ਰਕਾਸ਼ ਹੋਇਆ ਤੇ ਸਨ 1661 ਦੇ ਅੰਦਰ ਮਹਾਰਾਜ ਗੁਰਗੱਦੀ ਤੇ ਬਿਰਾਜਮਾਨ ਹੁੰਦੇ ਨੇ। 5.5 ਸਾਲ ਦੀ ਉਮਰ ਹੈ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਦੀ ਜਦੋਂ ਗੁਰਿਆਈ ਦੀ ਬਖਸ਼ਿਸ਼ ਹੋਈ। ਇਸ ਵੇਲੇ ਫਿਰ ਬਾਬਾ ਰਾਮ ਰਾਏ ਨੇ ਔਰੰਗਜ਼ੇਬ ਤੱਕ ਪਹੁੰਚ ਕਰਕੇ ਫਿਰ ਇਹ ਦਾਅਵਾ ਕੀਤਾ ਕਿ ਮੈਂ ਵੱਡਾ ਪੁੱਤਰ ਹਾਂ, ਮੈਨੂੰ ਗੁਰਿਆਈ ਮਿਲਣੀ ਚਾਹੀਦੀ ਹੈ। ਮੇਰਾ ਛੋਟਾ ਭਰਾ, ਉਹਦੀ ਉਮਰ ਤੇ ਅਜੇ 5.5 ਸਾਲਾਂ ਦੀ ਹੈ। 5.5 ਸਾਲ ਦੀ ਉਮਰ ਦੇ ਵਿੱਚ ਉਹ ਗੁਰਤਾ ਗੱਦੀ ਦੀ ਵੱਡੀ ਜ਼ਿੰਮੇਵਾਰੀ ਨੂੰ ਕਿਵੇਂ ਸੰਭਣਗੇ? ਤੇ ਇਹ ਸਵਾਲ ਆਮ ਲੋਕਾਂ ਦੇ ਮਨ ਵਿੱਚ ਵੀ ਪੈਦਾ ਹੋ ਗਿਆ ਕਿ 5.5 ਸਾਲ ਦੀ ਉਮਰ ਦੇ ਵਿੱਚ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਗੁਰਤਾ ਗੱਦੀ ਤੇ ਬਿਰਾਜਮਾਨ ਹੋ ਗਏ ਨੇ ਤੇ ਇਹ ਜ਼ਿੰਮੇਵਾਰੀ ਬਹੁਤ ਵੱਡੀ ਹੈ। ਇਸ ਜ਼ਿੰਮੇਵਾਰੀ ਨੂੰ ਕਿਵੇਂ ਨਿਭਾਉਣਗੇ? ਸੋ ਜਦੋਂ ਲੋਕਾਂ ਦੇ ਮਨ ਵਿੱਚ ਇਸ ਪ੍ਰਕਾਰ ਦੇ ਕਈ ਸ਼ੰਕੇ ਪੈਦਾ ਹੋਏ ਤੇ ਲੋਕਾਂ ਨੇ ਆਪਣੇ ਸ਼ੰਕਿਆਂ ਦੀ ਨਿਵਰਤੀ ਦੇ ਲਈ ਬਹੁਤ ਵਾਰੀ ਆ ਕੇ ਕੀਰਤਪੁਰ ਸਾਹਿਬ ਦੀ ਧਰਤੀ ਤੇ ਇਸ ਗੱਲ ਦੀ ਪਰਖ ਵੀ ਕੀਤੀ। ਤੇ ਇਤਿਹਾਸਕਾਰ ਕਹਿੰਦੇ ਨੇ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਉਮਰ ਕਰਕੇ ਬਹੁਤ ਛੋਟੇ ਨੇ, ਪਰ ਗੱਲ ਉਮਰ ਦੀ ਨਹੀਂ,
ਗੱਲ ਹੈ ਜੋਤ ਦੀ, ਗੱਲ ਹੈ ਜੁਗਤ ਦੀ। ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਸਤਿਗੁਰਾਂ ਦੇ ਵਿੱਚ ਜਿਹੜੀ ਜੋਤ ਉਹੀ ਵਰਤ ਰਹੀ ਹੈ ਜਿਹੜੀ ਜੋਤ ਗੁਰੂ ਨਾਨਕ ਸਾਹਿਬ ਦੇ ਵਿੱਚ ਵਰਤੀ। ਫਿਰ ਉਹ ਜੋਤ ਗੁਰੂ ਨਾਨਕ ਸਾਹਿਬ ਨੇ ਭਾਈ ਲਹਿਣੇ ਵਿੱਚ ਟਿਕਾਈ ਤੇ ਉਸ ਜੋਤ ਅਤੇ ਜੁਗਤ ਨੂੰ ਪ੍ਰਾਪਤ ਕਰਨ ਦੇ ਲਈ ਬਾਬਾ ਅਮਰਦਾਸ ਜੀ ਵੱਡੀ ਉਮਰ ਦੇ ਵਿੱਚ ਆ ਕੇ ਸੇਵਾ ਕਰਕੇ ਉਸ ਦਾਤ ਨੂੰ ਪ੍ਰਾਪਤ ਕਰਦੇ ਨੇ। ਜੋਤ 오ਹਾ ਜੁਗਤ ਸਾਏ, ਸ਼ੈ ਕਾਇਆ ਫੇਰ ਪਲਟੀਐ। ਹੁਣ ਗੱਲ ਜੋਤ ਅਤੇ ਜੁਗਤ ਦੀ ਹੈ, ਗੱਲ ਸ਼ਰੀਰਾਂ ਦੀ ਨਹੀਂ, ਗੱਲ ਉਮਰ ਦੀ ਨਹੀਂ। ਤੋ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੋ ਪਿਤਾ ਗੁਰੂ ਦੀ ਗੋਦ ਵਿੱਚ ਬਚਪਨ ਵਿੱਚ ਬੈਠ ਕੇ ਗੁਰੂ ਪਿਤਾ ਗੁਰੂ ਹਰਿਰਾਏ ਸਾਹਿਬ ਜੀ ਦੇ ਕੋਲੋਂ ਬਾਣੀ ਸੁਣ ਸੁਣ ਕੇ, ਇਤਿਹਾਸਕਾਰ ਕਹਿੰਦੇ ਨੇ ਨਿਤਨੇਮ ਦੀ ਸਾਰੀ ਬਾਣੀ, ਇਸ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੋਰ ਬਹੁਤ ਸਾਰੀਆਂ ਬਾਣੀਆਂ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੇ ਕੰਠ ਕਰ ਲਈਆਂ ਗੁਰਗੱਦੀ ਪ੍ਰਾਪਤ ਹੋਣ ਤੋਂ ਪਹਿਲਾਂ ਹੀ, ਸੁਣ ਸੁਣ ਕੇ। ਤੇ ਛੋਟੀ ਜਿਹੀ ਅਵਸਥਾ ਦੇ ਵਿੱਚ ਹੀ ਸੇਵਾ ਦੇ ਵਿੱਚ ਲੱਗੇ ਰਹਿਣਾ, ਇਹ ਬਹੁਤ ਵੱਡੀ ਬਖਸ਼ਿਸ਼ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਦੇ ਉੱਪਰ ਸੀ। ਤੇ ਜਦੋਂ ਗੁਰਿਆਈ ਦੀ ਬਖਸ਼ਿਸ਼ ਹੋਈ, ਗੁਰਗੱਦੀ ਤੇ ਮਹਾਰਾਜ ਬਿਰਾਜਮਾਨ ਹੁੰਦੇ ਨੇ, ਉਸੇ ਤਰ੍ਹਾਂ ਦਰਬਾਰ ਫਿਰ ਸਜਿਆ ਜਿਵੇਂ ਗੁਰੂ ਹਰਿਰਾਏ ਸਾਹਿਬ ਜੀ ਗੁਰਗੱਦੀ ਤੇ ਬਿਰਾਜਮਾਨ ਹੋਏ ਸਨ। 2200 ਘੋੜ ਸਵਾਰ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਦੀ ਵੀ ਆਸੇ-ਪਾਸੇ ਅਰਦਲ ਵਿੱਚ ਰਹਿੰਦੇ ਨੇ, ਪਹਿਰੇਦਾਰੀ ਕਰਦੇ ਨੇ। ਸਿੱਖ ਸੰਗਤਾਂ ਆਉਂਦੀਆਂ ਨੇ ਬਹੁਤ ਦੂਰੋਂ ਦੂਰੋਂ, ਕਹਿੰਦੇ ਮਾਝਾ, ਮਾਲਵਾ, ਦੁਆਬਾ ਸਾਰੇ ਇਲਾਕਿਆਂ ਵਿੱਚੋਂ ਸੰਗਤ ਆ ਰਹੀ ਹੈ। ਕਾਬਲ ਤੱਕ, ਪਸ਼ਾਵਰ ਤੱਕ ਸੰਗਤ ਮਹਾਰਾਜ ਦੇ ਦਰਸ਼ਨ ਕਰਨ ਵਾਸਤੇ ਆਉਂਦੀ ਹੈ। ਕਹਿੰਦੇ ਇੱਕ ਦਿਨ ਕੀ ਹੋਇਆ, ਪੇਸ਼ਾਵਰ ਤੋਂ ਸੰਗਤ ਆਈ, ਉਸ ਸੰਗਤ ਦੇ ਅੰਦਰ ਬਹੁਤ ਵੱਡੇ ਇਕੱਠ ਦੇ ਵਿੱਚ ਇੱਕ ਵਿਅਕਤੀ ਜਿਹਦਾ ਨਾਮ ਜਸਵੰਤ ਰਾਏ ਸੀ ਉਹ ਵੀ ਆ ਗਿਆ। ਆ ਕੇ ਕੀ ਵੇਂਦਾ ਹੈ, ਕਹਿੰਦੇ ਕੀਰਤਪੁਰ ਸਾਹਿਬ ਦੀ ਧਰਤੀ ਤੇ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਦੇ ਅੱਗੇ ਮੱਥਾ ਟੇਕਣ ਵਾਲਿਆਂ ਦੀਆਂ ਤੇ ਬੜੀਆਂ ਲੰਬੀਆਂ ਲਾਈਨਾਂ ਲੱਗੀਆਂ ਨੇ। ਇੱਥੇ ਤੇ ਬਹੁਤ ਸੰਗਤ ਦਾ ਇਕੱਠ ਰਹਿੰਦਾ ਹੈ ਤੇ ਜਸਵੰਤ ਰਾਏ ਜਿਹੜਾ ਹੈ ਉਹਦੀ ਮਨਸ਼ਾ ਸੀ ਕਿ ਇੱਥੇ ਵੱਡੇ ਇਕੱਠ ਦੇ ਵਿੱਚ ਲੋਕਾਂ ਦੀਆਂ ਜੇਬਾਂ ਕੱਟ ਲਵਾਂਗਾ, ਕੀਮਤੀ ਸਮਾਨ ਚੁਰਾ ਲਿਆ ਕਰਾਂਗਾ। ਚੋਰੀ ਦੀ ਭਾਵਨਾ ਦੇ ਨਾਲ ਇੱਥੇ ਆਇਆ। ਤੇ ਮੈਂ ਬੇਨਤੀ ਕਰਾਂ, ਗੁਰਦੁਆਰਾ ਸਾਹਿਬ ਆਉਣ ਵਾਲੀ ਸੰਗਤ ਬਹੁਤ ਹੈ, ਪਰ ਭਾਵਨਾ ਸਾਰਿਆਂ ਦੀ ਇੱਕੋ ਜਿਹੀ ਨਹੀਂ ਹੁੰਦੀ। ਕਈਆਂ ਦੀ ਭਾਵਨਾ ਹੁੰਦੀ ਵੀ ਚਲੋ ਚੱਲਦੇ ਆ, ਨਾਲੇ ਮੱਥਾ ਟੇਕਾਂਗੇ, ਨਾਲੇ ਲੰਗਰ ਪਾਣੀ ਛਕ ਲਾਂਗੇ ਤੇ ਆਉਣ ਲੱਗੇ ਕਿਸੇ ਦਾ ਵਧੀਆ ਜੋੜਾ ਹੀ ਚੁੱਕ ਲਿਆਵਾਂਗੇ। ਇਹੋ ਜਿਹੇ ਵੀ ਹੁੰਦੇ ਕਈ, ਆਉਣ ਲੱਗਿਆਂ ਵਧੀਆ ਕਿਸੇ ਦਾ ਜੋੜਾ ਮਹਿੰਗਾ ਵੇਖਿਆ ਉਹ ਪਾ ਕੇ ਲੈ ਜਾਂਦੇ ਨੇ। ਇਹੋ ਜਿਹੀ ਭਾਵਨਾ ਵੀ ਕਈਆਂ ਦੀ ਹੁੰਦੀ ਹੈ। ਸੋ ਜਿਸ ਵੇਲੇ ਜਸਵੰਤ ਰਾਏ ਸੰਗਤ ਦੇ ਵਿੱਚ ਆ ਗਿਆ, ਆ ਕੇ ਸੱਚੇ ਪਾਤਸ਼ਾਹ ਦੇ ਦਰਸ਼ਨ ਕਰਦਾ ਤੇ ਇੱਕ ਹੈਰਾਨ ਹੋ ਗਿਆ, ਕਹਿਣ ਲੱਗਾ ਇਹ ਤੇ ਬੜੀ ਛੋਟੀ ਜੀ ਉਮਰ ਵਾਲਾ ਬੱਚਾ ਇਹ ਗੁਰੂ ਬਣਿਆ ਹੈ। ਤੇ ਮਨ ਦੇ ਵਿੱਚ ਸ਼ੰਕਾ ਪੈਦਾ ਹੋ ਗਿਆ ਕਿ ਇਹਦੀ ਤੇ ਉਮਰ ਬੜੀ ਛੋਟੀ ਹੈ, ਸੰਗਤ ਮੱਥਾ ਟੇਕ ਰਹੀ ਹੈ, ਇਹ ਏਡੀ ਵੱਡੀ ਜ਼ਿੰਮੇਵਾਰੀ ਨੂੰ ਕਿਵੇਂ ਸਾਂਭ ਰਿਹਾ ਹੈ। ਉਮਰ ਕਰਕੇ ਵੇਖ ਰਹੇ ਨੇ ਲੋਕ। ਜਸਵੰਤ ਰਾਏ ਦੇ ਮਨ ਵਿੱਚ ਵੀ ਖਿਆਲ ਕਿ ਇਹ ਤੇ ਬਾਲਕ ਹੈ, ਛੋਟੀ ਅਵਸਥਾ। ਤੇ ਜਦੋਂ ਸੰਗਤ ਦੇ ਨਾਲ ਅੱਗੇ ਜਾ ਕੇ ਜਸਵੰਤ ਰਾਏ ਨੇ ਵੀ ਮਹਾਰਾਜ ਦੇ ਕੋਲ ਮੱਥਾ ਟੇਕਿਆ ਨਾ, ਅੰਤਰਜਾਮੀ ਸਤਿਗੁਰੂ ਜਸਵੰਤ ਰਾਏ ਦੀ ਦਿਲ ਦੀ ਗੱਲ ਬੁੱਝ ਗਏ ਕਿ ਕਿਸ ਭਾਵਨਾ ਦੇ ਨਾਲ ਇੱਥੇ ਆਇਆ ਹੈ। ਮਹਾਰਾਜ ਨੇ ਜਸਵੰਤ ਰਾਏ ਨੂੰ ਤੱਕਿਆ ਤੇ ਉਸੇ ਪਲ ਬਾਣੀ ਦੇ ਇਹ ਬਚਨ ਜਿਹੜੇ ਮਹਾਰਾਜ ਨੇ ਆਪਣੀ ਰਸਨਾ ਤੋਂ ਉਚਾਰਨ ਕੀਤੇ। ਸਤਿਗੁਰੂ ਕਹਿੰਦੇ, ਚੋਰ ਕੀ ਹਾਮਾ ਭਰੇ ਨਾ ਕੋਏ, ਚੋਰ ਕੀਆ ਚੰਗਾ ਕਿਉਂ ਹੋਏ। ਮਹਾਰਾਜ ਕਹਿੰਦੇ ਚੋਰ ਦੀ ਹਾਮੀ ਕੋਈ ਨਹੀਂ ਭਰਦਾ ਤੇ ਚੋਰੀ ਕਰਨਾ ਚੰਗਾ ਕੰਮ ਨਹੀਂ, ਬਹੁਤ ਮਾੜਾ ਕਰਮ ਹੈ। ਕਹਿੰਦੇ ਜਦੋਂ ਜਸਵੰਤ ਰਾਏ ਨੇ ਇਹ ਗੱਲ ਸੁਣੀ ਨਾ, ਤੇ ਇਹ ਬਚਨ ਜਿਹੜੇ ਸੀ ਕਲੇਜੇ ਵਿੱਚ ਤੀਰ ਵਾਂਗੂ ਵੱਜੇ।
ਜਿਹੜਾ ਕਈ ਸ਼ੰਕੇ ਕਰ ਰਿਹਾ ਸੀ ਮਹਾਰਾਜ ਤੇ ਕਿ ਉਮਰ ਬੜੀ ਛੋਟੀ ਹੈ, ਜਦੋਂ ਬਚਨ ਸੁਣੇ ਸਾਧ ਸੰਗਤ ਸਤਿਗੁਰਾਂ ਦੇ ਚਰਨਾਂ ਤੇ ਢਹਿ ਪਿਆ। ਕਹਿਣ ਲੱਗਾ, ਮਹਾਰਾਜ ਆਪ ਅੰਤਰਜਾਮੀ ਹੋ, ਮੈਂ ਆਇਆ ਤਾਂ ਬਹੁਤ ਮਾੜੀ ਭਾਵਨਾ ਲੈ ਕੇ ਸੀ ਕਿ ਚੋਰੀਆਂ ਕਰਾਂਗਾ, ਪਰ ਆਪ ਜੀ ਦੇ ਇੱਕ ਬਚਨ ਨੇ ਹੀ ਮੇਰੀ ਜ਼ਿੰਦਗੀ ਜਿਹੜੀ ਹੈ ਬਦਲ ਦਿੱਤੀ ਹੈ। ਕਿਰਪਾ ਕਰੋ ਮੇਰੀ ਇਹ ਮਾੜੀ ਆਦਤ ਛੁੱਟ ਜਾਵੇ ਤੇ ਮੈਂ ਆਪ ਦੇ ਦਰ ਤੇ ਰਹਿ ਕੇ ਗੁਰਸਿੱਖਾਂ ਦੇ ਜੋੜੇ ਝਾੜਾਂ ਸੇਵਾ ਕਰਾਂ, ਇਹ ਕਿਰਪਾ ਮੇਰੇ ਤੇ ਕਰ ਦਿਓ। ਇਸ ਪ੍ਰਕਾਰ ਮਹਾਰਾਜ ਨੇ ਜਸਵੰਤ ਰਾਏ ਤੇ ਕਿਰਪਾ ਕਰਕੇ ਉਹਦੇ ਜੀਵਨ ਨੂੰ ਬਦਲਿਆ। ਕਹਿੰਦੇ ਜਿਹੜੇ ਲੋਕ ਜਾਤ ਦੇ ਅਭਿਮਾਨੀ ਸਨ, ਜਿਹੜੇ ਲੋਕ ਆਪਣੇ ਆਪ ਨੂੰ ਕਹਿੰਦੇ ਸਨ ਕਿ ਅਸੀਂ ਉੱਚੀ ਜਾਤ ਵਾਲੇ ਆ, ਸਾਰੇ ਧਰਮ ਕਰਮ ਸਾਡੇ ਹਿੱਸੇ ਆਏ ਨੇ, ਬ੍ਰਾਹਮਣ ਵਰਗ, ਉਹਨਾਂ ਨੇ ਮਹਾਰਾਜ ਨਾਲ ਬੜੀ ਈਰਖਾ ਕਰਨੀ ਸ਼ੁਰੂ ਕਰ ਦਿੱਤੀ ਕਿ ਛੋਟੀ ਜੀ ਅਵਸਥਾ ਦਾ ਬਾਲਕ ਇਹ ਆਪਣੇ ਆਪ ਨੂੰ ਗੁਰੂ ਕਹਾ ਰਿਹਾ ਹੈ। ਲੋਕ ਇਹਦੇ ਅੱਗੇ ਆ ਕੇ ਮੱਥਾ ਟੇਕਦੇ ਨੇ ਕਿ ਵਾਕਿਆ ਇਹਦੇ ਵਿੱਚ ਗੁਰੂ ਨਾਨਕ ਸਾਹਿਬ ਵਾਲੀ ਅਜ਼ਮਤ ਹੈ। ਇਹਦੀ ਪਰਖ ਕਰਨ ਵਾਸਤੇ ਬੜੀਆਂ ਚਾਲਾਂ ਚੱਲੀਆਂ ਗਈਆਂ। ਕਹਿੰਦੇ ਇੱਕ ਦਿਨ ਮਹਾਰਾਜ ਪਾਲਕੀ ਵਿੱਚ ਬਿਰਾਜਮਾਨ ਹੋ ਕੇ ਜਾ ਰਹੇ ਸਨ। ਕਹਿੰਦੇ ਇੱਕ ਵਿਅਕਤੀ ਜਿਹਨੂੰ ਕੋਹੜ ਦਾ ਰੋਗ ਹੋਇਆ ਸੀ, ਕਹਿੰਦੇ ਉਹਨੂੰ ਕਿਸੇ ਨੇ ਆਖਿਆ ਕਿ ਮਹਾਰਾਜ ਪਾਲਕੀ ਵਿੱਚ ਜਾ ਰਹੇ ਨੇ, ਤੂੰ ਜਾ ਕੇ ਸਤਿਗੁਰਾਂ ਨੂੰ ਬੇਨਤੀ ਕਰ, ਤੇਰਾ ਰੋਗ ਦੂਰ ਕਰ ਦੇਣ। ਹੁਣ ਕੁਝ ਲੋਕ ਪਰਖ ਕਰਨੀ ਚਾਹੁੰਦੇ ਸਨ। ਕਹਿੰਦੇ ਕੋਹੜੀ ਵਿਅਕਤੀ ਭੱਜ ਕੇ ਗਿਆ, ਜਿੱਥੋਂ ਮਹਾਰਾਜ ਦੀ ਪਾਲਕੀ ਲੰਘਣੀ ਸੀ ਉੱਥੇ ਅੱਗੇ ਜਾ ਕੇ ਲੰਮਾ ਪੈ ਗਿਆ। ਗੁਰਸਿੱਖ ਕਹਿੰਦੇ, ਭਾਈ ਉੱਠ ਕੇ ਪਾਸੇ ਹੋ, ਇੱਥੋਂ ਮਹਾਰਾਜ ਦੀ ਪਾਲਕੀ ਲੰਘਣੀ ਹੈ। ਕਹਿੰਦਾ, ਮੈਂ ਤਾਂ ਮਹਾਰਾਜ ਨੂੰ ਇੱਥੋਂ ਲੰਘਣ ਦੇਵਾਂਗਾ ਜੇ ਪਹਿਲਾਂ ਮੇਰਾ ਕੋਹੜ ਦਾ ਰੋਗ ਸਤਿਗੁਰੂ ਦੂਰ ਕਰ ਦੇਣ। ਕਹਿੰਦੇ ਇਹਨੂੰ ਉਠਾਇਆ ਗਿਆ। ਸਤਿਗੁਰੂ ਪਾਲਕੀ ਵਿੱਚ ਬਿਰਾਜਮਾਨ ਨੇ। ਮਹਾਰਾਜ ਦੇ ਕੋਲ ਆਇਆ, ਹੱਥ ਜੋੜੇ, ਆਖਿਆ, ਸਤਿਗੁਰੂ ਮੇਰੇ ਤੇ ਕਿਰਪਾ ਕਰੋ, ਮੇਰਾ ਕੋਹੜ ਦਾ ਰੋਗ ਦੂਰ ਕਰ ਦਿਓ, ਮੈਂ ਬੜਾ ਪਰੇਸ਼ਾਨ ਹਾਂ। ਹੁਣ ਜਿਹੜੇ ਲੋਕ ਜਿਨ੍ਹਾਂ ਨੇ ਪਰਖ ਕਰਨ ਵਾਸਤੇ ਭੇਜਿਆ ਸੀ ਇਸ ਕੋਹੜੀ ਨੂੰ, ਉਹ ਸੋਚ ਰਹੇ ਸਨ ਕਿ ਬਹੁਤ ਛੋਟੀ ਉਮਰ ਦਾ ਇਹ ਬਾਲਕ ਹੈ, ਇਹਦੇ ਕੋਲ ਓਡੀ ਵੱਡੀ ਅਜ਼ਮਤ ਨਹੀਂ ਹੈ, ਓਡੀ ਵੱਡੀ ਬਖਸ਼ਿਸ਼ ਨਹੀਂ ਹੈ। ਇਹ ਕੋਹੜੀ ਜਿਹੜਾ ਹੈ ਇਹਦੇ ਕੋਲੋਂ ਨਿਰਾਸ਼ ਹੋ ਕੇ ਵਾਪਸ ਮੁੜ ਜਾਏਗਾ। ਪਰ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ, ਜਿਨ੍ਹਾਂ ਦੇ ਵਿੱਚ ਜੋਤ ਤੇ ਜੁਗਤ ਉਹੀ ਹੈ ਜੋ ਦਸਾਂ ਜਾਮਿਆਂ ਵਿੱਚ ਵਰਤੀ, ਕਹਿੰਦੇ ਮਹਾਰਾਜ ਨੇ ਕਿਰਪਾ ਦ੍ਰਿਸ਼ਟੀ ਇਹਦੇ ਤੇ ਕੀਤੀ। ਇਹਨੂੰ ਆਖਿਆ, ਭਾਈ ਬਾਣੀ ਪੜਿਆ ਕਰ। ਤੇ ਉਸ ਵੇਲੇ ਕੀਰਤਪੁਰ ਸਾਹਿਬ ਦੇ ਵਿੱਚ ਬਹੁਤ ਵੱਡਾ ਦਵਾਖਾਨਾ, ਉੱਥੋਂ ਮਹਾਰਾਜ ਨੇ ਦਵਾਈ ਇਹਨੂੰ ਦਿੱਤੀ। ਆਖਿਆ, ਆ ਦਵਾਈ ਖਾ, ਨੇਮ ਨਾਲ ਬਾਣੀ ਪੜ, ਦਵਾਈ ਖਾ ਤੇ ਸੰਗਤ ਦੀ ਸੇਵਾ ਕਰ, ਤੇਰਾ ਰੋਗ ਕੱਟਿਆ ਜਾਏਗਾ। ਤੇ ਸਤਿਗੁਰੂ ਨੇ ਇੱਕ ਰੁਮਾਲ ਵੀ ਆਪਣਾ ਬਖਸ਼ਿਸ਼ ਕੀਤਾ ਨਿਸ਼ਾਨੀ ਵਜੋਂ। ਆਖਿਆ, ਰੁਮਾਲ ਵੀ ਲੈ ਲਾ, ਇਹ ਵੀ ਆਪਣੇ ਤਨ ਤੇ ਫੇਰ, ਤੇਰਾ ਰੋਗ ਦੂਰ ਹੋਏਗਾ, ਤੈਨੂੰ ਆਰਾਮ ਮਿਲੇਗਾ। ਤੇ ਸੱਚਮੁੱਚ ਇਸ ਕੋਹੜੀ ਦਾ ਰੋਗ ਮਹਾਰਾਜ ਨੇ ਕੱਟ ਦਿੱਤਾ। ਜਦੋਂ ਇਹ ਕੋਹੜੀ ਦਾ ਰੋਗ ਕੱਟਿਆ, ਉਹ 9 ਹੋ ਗਿਆ। ਜਿਹੜੇ ਲੋਕ ਸ਼ੰਕਾ ਕਰਨ ਵਾਲੇ ਸਨ, ਉਹਨਾਂ ਸਾਰਿਆਂ ਦੇ ਮੂੰਹ ਬੰਦ ਹੋ ਗਏ, ਉਹਨਾਂ ਦੇ ਮੂੰਹ ਬੰਦ ਹੋ ਗਏ। ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਦੀ ਕੀਰਤੀ ਸੰਸਾਰ ਦੇ ਵਿੱਚ ਫੈਲ ਗਈ। ਕਹਿੰਦੇ ਇੱਕ ਦਿਨ ਕੁਝ ਸੰਗਤਾਂ ਆਈਆਂ ਤੇ ਉਹਨਾਂ ਸੰਗਤਾਂ ਦੇ ਵਿੱਚ ਇੱਕ ਵਿਅਕਤੀ ਐਸਾ ਜਿਹਨੂੰ ਨਸ਼ੇ ਦੀ ਆਦਤ ਪੈ ਗਈ, ਜਿਹਦਾ ਨਾਮ ਗੇਂਦਾ ਮੱਲ ਕਰਕੇ ਇਤਿਹਾਸਕਾਰਾਂ ਨੇ ਲਿਖਿਆ ਹੈ। ਹੁਣ ਜਿਹੜਾ ਨਸ਼ੇ ਦੀ ਆਦਤ ਵਾਲਾ ਬੰਦਾ ਹੈ, ਉਹਨੂੰ ਜਿੰਨਾ ਮਰਜ਼ੀ ਸਮਝਾਈਏ, ਉਹ ਆਪਣੀ ਇਹ ਆਦਤ ਛੱਡ ਨਹੀਂ ਸਕਦਾ। ਭਾਵੇਂ ਲੱਖਾਂ ਵਾਰੀ ਕਵੇ ਵੀ ਅੱਜ ਤੋਂ ਬਾਅਦ ਮੈਂ ਨਸ਼ਾ ਨਹੀਂ ਵਰਤਣਾ। ਸ਼ਰਾਬੀ ਬੰਦਾ ਕਈ ਵਾਰ ਆਖੇਗਾ ਕਿ ਮੈਂ ਸਹੁੰ ਪਾ ਦਿੱਤੀ, ਅੱਜ ਤੋਂ ਬਾਅਦ ਸ਼ਰਾਬ ਨਹੀਂ ਪੀਣੀ। ਕੋਈ ਕਹਿੰਦਾ ਮੈਂ ਆਪਣੇ ਪੁੱਤਰ ਦੀ ਕਸਮ ਖਾਂਦਾ, ਅੱਜ ਤੋਂ ਬਾਅਦ ਕੋਈ ਨਸ਼ਾ ਨਹੀਂ ਕਰਨਾ। ਤੇ ਜਦੋਂ ਵੀ ਮੌਕਾ ਮਿਲਦਾ, ਸਾਧ ਸੰਗਤ ਨਸ਼ੇੜੀ ਬੰਦਾ ਇਸ ਭੈੜੀ ਅਲਾਮਤ ਤੋਂ ਬਚ ਨਹੀਂ ਸਕਦਾ, ਫਿਰ ਮੁੜ ਮੁੜ ਕੇ ਸ਼ਿਕਾਰ ਹੁੰਦਾ ਹੈ। ਤੇ ਇਸ ਭਾਈ ਗੇਂਦੇ ਨੂੰ ਵੀ ਬਹੁਤ ਵਾਰੀ ਸਮਝਾਇਆ ਲੋਕਾਂ ਨੇ ਕਿ ਨਸ਼ੇ ਵਾਲੀ ਆਦਤ ਛੱਡ ਦੇ, ਇਹ ਚੰਗੀ ਗੱਲ ਨਹੀਂ ਹੈ। ਕਹਿੰਦੇ ਨੇ ਕਈ ਵਾਰੀ ਆਖਣਾ ਠੀਕ ਹੈ,
ਤੇ ਫਿਰ ਇਹਨੇ ਨਸ਼ਾ ਕਰਨ ਲੱਗ ਪੈਣਾ। ਕਹਿੰਦੇ ਜਦੋਂ ਸਤਿਗੁਰਾਂ ਦੇ ਦਰ ਤੇ ਆ ਕੇ ਮੱਥਾ ਟੇਕਣ ਲੱਗਾ ਨਾ ਮਹਾਰਾਜ ਦੇ ਅੱਗੇ, ਤੇ ਅੰਤਰਜਾਮੀ ਸਤਿਗੁਰੂ ਨੇ ਉਸ ਵੇਲੇ ਜਿਹੜੇ ਵਚਨ ਆਖੇ, ਇੱਕ ਵਚਨ ਨੇ ਜ਼ਿੰਦਗੀ ਬਦਲ ਦਿੱਤੀ। ਗੇਂਦਾ ਮਲ ਨੇ ਮਹਾਰਾਜ ਅੱਗੇ ਆ ਕੇ ਮੱਥਾ ਟੇਕਿਆ ਤੇ ਸਤਿਗੁਰੂ ਕਹਿੰਦੇ ਸੀਸ ਨਵਾਏ ਕਿਆ ਥੀਐ। ਕਹਿੰਦੇ ਤੇਰਾ ਮੱਥਾ ਟੇਕਣਾ ਕਿਸ ਕੰਮ ਹੈ, ਜਾਂ ਹਿਰਦੇ ਕੁਸ਼ੁੱਧੇ ਜਾਹੇ। ਕਹਿੰਦੇ ਸਿਰ ਝੁਕਾਉਣ ਦਾ, ਮੱਥੇ ਟੇਕਣ ਦਾ ਕੀ ਲਾਭ ਜੇ ਅੰਦਰ ਤੇਰੇ ਖੋਟ ਭਰੀ ਹੋਈ ਹੈ। ਅੰਦਰ ਤੂੰ ਗੁਰੂ ਕਾ ਵਚਨ ਤੇ ਕਮਾ ਨਹੀਂ ਰਿਹਾ, ਅੰਦਰ ਤੇਰੇ ਛਲ ਤੇ ਕਪਟ ਹੈ। ਕਹਿੰਦੇ ਜਿੰਨਾ ਮਰਜ਼ੀ ਆ ਕੇ ਝੁਕੀ ਜਾ, ਕੋਈ ਲਾਭ ਨਹੀਂ ਹੋਣਾ। ਤੇ ਸਾਧ ਸੰਗਤ ਕਈ ਵੇਰਾਂ ਮਨੁੱਖ ਕੀ ਕਰਦਾ, ਗੁਰੂ ਦਾ ਨਾਂ ਲੈ ਕੇ ਗੁਰੂ ਦੀਆਂ ਕਸਮਾਂ ਪਾਏਗਾ ਕਿ ਅੱਜ ਤੋਂ ਬਾਅਦ ਮਾੜਾ ਕੰਮ ਨਹੀਂ ਕਰਨਾ, ਅੱਜ ਤੋਂ ਬਾਅਦ ਚੋਰੀ ਯਾਰੀ ਛੱਡੀ, ਤੇ ਫਿਰ ਉਹਨਾਂ ਕੰਮਾਂ ਵਿੱਚ ਲੱਗ ਜਾਂਦਾ ਮੁੜ ਮੁੜ ਕੇ। ਐਸਾ ਮਨੁੱਖ ਫਿਰ ਆ ਕੇ ਜੇ ਗੁਰੂ ਦੇ ਦਰ ਤੇ ਮੱਥਾ ਟੇਕੀ ਜਾਏ, ਝੁਕੀ ਜਾਏ, ਤੇ ਝੁਕਣਾ ਉਹਦਾ ਕਿਸੇ ਲੇਖੇ ਵਿੱਚ ਨਹੀਂ। ਮਹਾਰਾਜ ਕਹਿੰਦੇ ਜੇ ਤੂੰ ਮਾੜੀਆਂ ਆਦਤਾਂ ਨਹੀਂ ਛੱਡਦਾ ਤੇ ਆ ਕੇ ਮੱਥੇ ਟੇਕਦਾ ਝੁਕਦਾ ਏ, ਤੇਰਾ ਝੁਕਣਾ ਵੀ ਪ੍ਰਵਾਨ ਨਹੀਂ ਹੈ। ਉਹਨੇ ਹੱਥ ਜੋੜੇ, ਮਹਾਰਾਜ ਕਿਰਪਾ ਕਰੋ, ਅੱਜ ਤੋਂ ਬਾਅਦ ਇਹ ਭੈੜੀ ਅਲਾਮਤ ਜਿਹੜੀ ਹੈ ਮੈਂ ਜ਼ਿੰਦਗੀ ਵਿੱਚੋਂ ਕੱਢ ਦਿਆਂਗਾ, ਨਸ਼ਿਆਂ ਦਾ ਤਿਆਗ ਕਰਕੇ ਆਪ ਦੇ ਚਰਨਾਂ ਦਾ ਸੇਵਕ ਬਣ ਜਾਵਾਂਗਾ। ਇਸ ਤਰ੍ਹਾਂ ਮਹਾਰਾਜ ਨੇ ਸੈਂਕੜੇ ਮਨੁੱਖਾਂ ਨੂੰ ਤਾਰਿਆ ਕੀਰਤਪੁਰ ਸਾਹਿਬ ਦੀ ਧਰਤੀ ਤੇ। ਤੋ ਇਹਨਾਂ ਦਿਨਾਂ ਦੇ ਅੰਦਰ ਜੋ ਰੋਪੜ ਦੇ ਇਲਾਕੇ ਦੇ ਵਿੱਚ ਇੱਕ ਬਹੁਤ ਵੱਡਾ ਸੇਠ ਜਿਹੜਾ ਹੈ, ਜਿਸ ਦਾ ਨਾਮ ਰਾਜਾ ਰਾਮ ਹੈ, ਉਹ ਵੀ ਹਜ਼ੂਰ ਦੇ ਦਰਸ਼ਨ ਕਰਨ ਆਉਂਦਾ ਹੈ। ਕਹਿੰਦੇ ਬਹੁਤ ਲੰਬੀ ਲਾਈਨ ਲੱਗੀ ਦਰਸ਼ਨ ਕਰਨ ਵਾਲਿਆਂ ਦੀ, ਤੇ ਜਦੋਂ ਰਾਜਾ ਰਾਮ ਦੀ ਵਾਰੀ ਆਈ ਨਾ, ਇਹ ਕਈ ਤਰ੍ਹਾਂ ਦੀਆਂ ਭੇਟਾਵਾਂ ਮਠਿਆਈਆਂ ਨਾਲ ਲੈ ਕੇ ਆਇਆ। ਜਦੋਂ ਇਹਦੀ ਵਾਰੀ ਆਈ ਦਰਸ਼ਨ ਕਰਦਿਆਂ ਕਰਦਿਆਂ ਮਹਾਰਾਜ ਦੇ ਨੇੜੇ ਆ ਕੇ ਮੱਥਾ ਟੇਕਣ ਦੀ, ਤੇ ਸਤਿਗੁਰਾਂ ਨੇ ਇਸ਼ਾਰਾ ਕੀਤਾ ਵੀ ਇਹਨੂੰ ਆਖੋ ਵੀ ਇੱਥੋਂ ਚਲਿਆ ਜਾਵੇ, ਅੱਗੇ ਨਾ ਆਵੇ, ਇਹਨੂੰ ਪਿੱਛੇ ਮੋੜ ਦਿਓ, ਅਸੀਂ ਇਹਨੂੰ ਦਰਸ਼ਨ ਨਹੀਂ ਦੇਣੇ। ਜਦੋਂ ਗੁਰਸਿੱਖ ਗਏ, ਰਾਜਾ ਰਾਮ ਨੂੰ ਪਿੱਛੇ ਮੋੜ ਦਿੱਤਾ। ਕਹਿਣ ਲੱਗੇ ਮਹਾਰਾਜ ਮੇਰੇ ਕੋਲੋਂ ਕੀ ਗੁਸਤਾਖੀ ਹੋਈ ਹੈ, ਸਾਰੀ ਸੰਗਤ ਦਰਸ਼ਨ ਕਰ ਰਹੀ ਪਰ ਮੈਨੂੰ ਆਪ ਜੀ ਨੇ ਦਰਸ਼ਨਾਂ ਤੋਂ ਵਾਂਝਾ ਕਰ ਦਿੱਤਾ, ਪਿੱਛੇ ਕਿਉਂ ਮੋੜ ਦਿੱਤਾ, ਕਿਰਪਾ ਕਰੋ। ਤੇ ਮਹਾਰਾਜ ਕਹਿੰਦੇ ਜਿਹੜੀ ਗੁਸਤਾਖੀ ਤੇਰੇ ਕੋਲੋਂ ਹੋਈ ਹੈ ਤੂੰ ਚੰਗੀ ਤਰ੍ਹਾਂ ਜਾਣਦਾ ਏ, ਤੇ ਅੱਗੇ ਤੋਂ ਇਹ ਗੁਸਤਾਖੀ ਨਹੀਂ ਕਰੇਗਾ। ਸੰਗਤ ਦੇ ਵਿੱਚ ਆ ਕੇ ਆਪਣੀ ਹੋਈ ਭੁੱਲ ਤੋਂ ਖਿਮਾ ਮੰਗ, ਤੇ ਤਾਂ ਤੇਰੇ ਤੇ ਕਿਰਪਾ ਹੋਵੇਗੀ। ਹੁਣ ਸੰਗਤ ਜਿਹੜੀ ਸਾਰੀ ਬੈਠੀ ਹੋਈ ਹੈ ਤੇ ਮਨ ਵਿੱਚ ਸੋਚਦੇ ਨੇ ਵੀ ਇਹਨੇ ਕੀ ਗੁਨਾਹ ਕੀਤਾ ਜਿਸ ਕਰਕੇ ਸਤਿਗੁਰੂ ਜੀ ਨੇ ਦਰਸ਼ਨ ਦੇਣ ਤੋਂ ਮਨਾ ਕਰ ਦਿੱਤਾ ਹੈ। ਤੇ ਰਾਜਾ ਰਾਮ ਨੇ ਹੱਥ ਜੋੜ ਕੇ ਗਲ ਵਿੱਚ ਪੱਲਾ ਪਾ ਕੇ ਆਖਿਆ, ਸੱਚੇ ਪਾਤਸ਼ਾਹ ਸੱਚਮੁੱਚ ਮੇਰੇ ਕੋਲੋਂ ਬਹੁਤ ਵੱਡੀ ਭੁੱਲ ਹੋਈ ਹੈ। ਮੈਂ ਨਹੀਂ ਚਾਹੁੰਦਾ ਮੇਰੇ ਘਰ ਵਿੱਚ ਧੀ ਹੋਵੇ, ਇਸ ਕਰਕੇ ਜਦੋਂ ਕੋਈ ਬੱਚੀ ਜਨਮ ਲੈਂਦੀ ਸੀ ਮੈਂ ਜੰਮਣਦਿਆਂ ਸਾਰੀ ਬੱਚੀ ਨੂੰ ਮਾਰ ਦਿੰਦਾ ਸੀ। ਇਹ ਬਹੁਤ ਵੱਡਾ ਗੁਨਾਹ ਮੈਂ ਕੀਤਾ ਹੈ। ਮੈਂ ਆਪਣੀਆਂ ਬੱਚੀਆਂ ਦਾ ਕਾਤਲ ਹਾਂ, ਮੈਂ ਜੰਮਦੀ ਬੱਚੀ ਨੂੰ ਮਾਰ ਦਿੱਤਾ। ਮਹਾਰਾਜ ਇੱਕ ਵੱਡਾ ਗੁਨਾਹ ਮੇਰੇ ਕੋਲੋਂ ਹੋਇਆ ਹੈ, ਤੇ ਕਿਰਪਾ ਕਰੋ ਮੈਨੂੰ ਬਖਸ਼ ਲਓ। ਇਹ ਗੁਨਾਹ ਬਖਸ਼ਣਯੋਗ ਨਹੀਂ ਹੈ, ਪਰ ਫਿਰ ਵੀ ਆਪ ਮੇਰੇ ਤੇ ਕਿਰਪਾ ਕਰਕੇ ਮੇਰੇ ਇਹ ਗੁਨਾਹ ਬਖਸ਼ ਕੇ ਮੈਨੂੰ ਆਪਣੇ ਦਰ ਘਰ ਦੀ ਸੇਵਾ ਵਿੱਚ ਲਾਓ। ਤੋ ਮਹਾਰਾਜ ਨੇ ਆਖਿਆ ਕਿ ਕੁੜੀ ਮਾਰ ਜਿਹੜਾ ਹੈ, ਰਹਿਤ ਮਰਿਆਦਾ ਵਿੱਚ ਵੀ ਬਚਨ ਪੜ੍ਹਦੇ ਆ ਕਿ ਉਹਦੇ ਨਾਲ ਕਿਸੇ ਤਰ੍ਹਾਂ ਦੀ ਸਾਂਝ ਨਾ ਰੱਖੀ ਜਾਏ। ਮਹਾਰਾਜ ਨੇ ਆਖਿਆ ਸੋ ਕਿਉਂ ਮੰਦਾ ਆਖੀਏ ਜਿਤ ਜੰਮੇ ਰਾਜਾਨ। ਇਸਤਰੀ ਨੂੰ ਸਤਿਕਾਰ ਦਿੱਤਾ। ਆਖਿਆ ਜੇ ਘਰ ਵਿੱਚ ਧੀ ਪੈਦਾ ਹੋਈ ਹੈ ਤੇ ਜੇ ਤੁਸੀਂ ਆਖੋ ਵੀ ਇਹ ਪ੍ਰਵਾਨ ਨਹੀਂ, ਇਹਨੂੰ ਖਤਮ ਕਰ ਦਈਏ, ਤੇ ਤੁਸੀਂ ਰੱਬੀ ਰਜ਼ਾ ਦੇ ਵਿੱਚ ਨਹੀਂ ਚੱਲ ਰਹੇ, ਵਿਘਨ ਪਾਉਂਦੇ ਹੋ, ਇਹ ਕੰਮ ਠੀਕ ਨਹੀਂ ਹੈ। ਜਿੱਥੇ ਪੁੱਤ ਵਾਹਿਗੁਰੂ ਦੀ ਦਾਤ ਹੈ ਉੱਥੇ ਧੀ ਵੀ ਅਕਾਲ ਪੁਰਖ ਦੀ ਹੀ ਦਾਤ ਹੈ, ਉਹਨੂੰ ਵੀ ਪ੍ਰਵਾਨ ਕਰੋ। ਇਉਂ ਮਹਾਰਾਜ ਨੇ ਧੀ ਅਤੇ ਪੁੱਤ ਇੱਕ ਸਮਾਨ ਸਮਝਣ ਦਾ ਉਪਦੇਸ਼ ਵੀ ਸਤਿਗੁਰੂ ਨੇ ਬਖਸ਼ਿਆ। ਹੁਣ ਔਰੰਗਜ਼ੇਬ ਨੇ ਫਿਰ ਮਹਾਰਾਜ ਨੂੰ ਪੱਤਰ ਲਿਖਿਆ ਕਿ ਆਪ ਜੀ ਦਿੱਲੀ ਆ ਕੇ ਸਾਨੂੰ ਮਿਲੋ।
ਤੇ ਸਿੱਖ ਸੰਗਤਾਂ ਨਾਲ ਵਿਚਾਰ ਕਰਨ ਤੋਂ ਬਾਅਦ ਮਹਾਰਾਜ ਦਿੱਲੀ ਨੂੰ ਰਵਾਨਾ ਹੁੰਦੇ ਨੇ। ਜਦੋਂ ਦਿੱਲੀ ਨੂੰ ਰਵਾਨਾ ਹੋਏ ਤੇ ਬਹੁਤ ਵੱਡੀ ਸੰਗਤ ਜਿਹੜੀ ਹੈ ਸਤਿਗੁਰਾਂ ਦੇ ਨਾਲ ਚੱਲੀ। ਰਸਤੇ ਦੇ ਵਿੱਚ ਦਰਸ਼ਨ ਦੀਦਾਰ ਕਰਦਿਆਂ ਕਰਦਿਆਂ ਜਦੋਂ ਸੰਗਤ ਜਿਹੜੀ ਹੈ ਨਾਲ ਨਾਲ ਚਲਦੀ ਗਈ, ਇਹ ਸੰਗਤ ਦਾ ਸਾਰਾ ਕਾਫਲਾ ਜਿਹੜਾ ਸੀ ਉਹ ਪੰਜੋਖਰਾ ਸਾਹਿਬ ਦੀ ਧਰਤੀ ਤੇ ਪਹੁੰਚਿਆ। ਇੱਥੇ ਵੀ ਲੋਕਾਂ ਨੂੰ ਪਤਾ ਲੱਗਾ ਕਿ 8ਵੇਂ ਪਾਤਸ਼ਾਹ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ ਆਏ ਨੇ। ਕਹਿੰਦੇ ਇੱਥੇ ਪੰਡਤ ਲਾਲ ਚੰਦ ਉਹ ਵੀ ਇਸ ਇਲਾਕੇ ਦੇ ਵਿੱਚ ਰਹਿੰਦਾ ਤੇ ਇਸ ਇਲਾਕੇ ਦਾ ਬੜਾ ਮੰਨਿਆ ਪਰਮੰਨਿਆ ਸੀ। ਉਹ ਵੀ ਆ ਕੇ ਦਰਸ਼ਨ ਕਰਨ ਵਾਸਤੇ ਪਹੁੰਚਦਾ ਹੈ ਤੇ ਜਦੋਂ ਵੇਖਦਾ ਕਿ ਮਹਾਰਾਜ ਦੀ ਉਮਰ ਜਿਹੜੀ ਹੈ ਬੜੀ ਛੋਟੀ ਹੈ, ਉਹਦੇ ਮਨ ਵਿੱਚ ਵੀ ਸ਼ੰਕਾ ਪੈਦਾ ਹੋਇਆ ਤੇ ਕੁਝ ਹੰਕਾਰ ਵੀ ਆ ਗਿਆ ਆਪਣੀ ਵਿਦਿਆ ਦਾ। ਤੇ ਉਹਨੇ ਇਹ ਗੱਲ ਕਹਿ ਦਿੱਤੀ, ਕਹਿਣ ਲੱਗੇ ਵੀ ਇਹ ਤਾਂ ਨਾਮ ਇਹਨਾਂ ਨੇ ਬਹੁਤ ਵੱਡਾ ਰੱਖਿਆ ਹੋਇਆ, ਪਰ ਸਰੀਰਕ ਅਵਸਥਾ ਬੜੀ ਛੋਟੀ ਹੈ। ਨਾਮ ਇਹਨਾਂ ਨੇ ਰੱਖਿਆ ਹਰਕ੍ਰਿਸ਼ਨ। ਤੇ ਕਹਿਣ ਲੱਗੇ ਇੱਕ ਸ਼੍ਰੀ ਕ੍ਰਿਸ਼ਨ ਜੀ ਹੋਏ ਨੇ ਜਿਨ੍ਹਾਂ ਨੇ ਗੀਤਾ ਉਚਾਰੀ ਹੈ, ਤਾਂ ਇਹਨਾਂ ਨੇ ਨਾਮ ਹਰਕ੍ਰਿਸ਼ਨ ਰੱਖਿਆ ਹੈ। ਕਹਿੰਦੇ ਮੈਂ ਸਤਿਗੁਰਾਂ ਨੂੰ ਤਾਂ ਮੰਨਾਂਗਾ ਜੇ ਇਹ ਗੀਤਾ ਦੇ ਅਰਥ ਕਰ ਦੇਣ। ਹੁਣ ਪੰਡਤ ਨੂੰ ਆਪਣੀ ਵਿਦਵਤਾ ਤੇ ਬੜਾ ਹੰਕਾਰ ਹੈ। ਉਹ ਸੋਚਦਾ ਵੀ ਇਹਨਾਂ ਦੀ ਉਮਰ ਬੜੀ ਛੋਟੀ ਹੈ, ਇਹ ਸੰਭਵ ਨਹੀਂ ਹੋਏਗਾ ਕਿ ਇਹ ਅਰਥ ਕਰਨ। ਜਦੋਂ ਪੰਡਤ ਨੇ ਇਹ ਗੱਲ ਹੰਕਾਰ ਵਿੱਚ ਆਖੀ, ਗੁਰਸਿੱਖਾਂ ਨੇ ਗੱਲ ਸੁਣ ਲਈ ਤੇ ਮਹਾਰਾਜ ਨੂੰ ਆ ਕੇ ਦੱਸਿਆ। ਸਤਿਗੁਰਾਂ ਨੇ ਪੰਡਤ ਨੂੰ ਬੁਲਾਇਆ, ਕਹਿੰਦੇ ਆਓ ਭਾਈ। ਕਹਿੰਦੇ ਜੇ ਤੁਹਾਡੇ ਮਨ ਵਿੱਚ ਕਿਸੇ ਪ੍ਰਕਾਰ ਦਾ ਸ਼ੰਕਾ ਹੈ ਤਾਂ ਹੁਣੇ ਹੀ ਹੱਲ ਹੋਏਗਾ। ਕਹਿੰਦੇ ਜੀ ਸਾਡਾ ਤਾਂ ਇਹ ਮਸਲਾ ਵੀ ਤੁਸੀਂ ਗੀਤਾ ਦੇ ਅਰਥ ਕਰ ਦਿਓ, ਮੈਂ ਸ਼ਲੋਕ ਪੜਾਂਗਾ, ਤੁਸੀਂ ਅਰਥ ਕਰੋ ਤੇ ਮੈਂ ਤਾਂ ਤੁਹਾਨੂੰ ਮੰਨਾਂ। ਮਹਾਰਾਜ ਕਹਿੰਦੇ ਜੇ ਅਸੀਂ ਗੀਤਾ ਦੇ ਅਰਥ ਕਰ ਦੇਵਾਂਗੇ ਤੇ ਹੋ ਸਕਦਾ ਤੇਰੀ ਤਸੱਲੀ ਨਾ ਹੋਵੇ, ਤੂੰ ਇਹ ਗੱਲ ਕਹਿ ਦੇਵੇਂ ਕਿ ਤੁਸੀਂ ਤੇ ਆਪ ਗੁਰੂ ਹੋ, ਗੁਰੂ ਪਰਿਵਾਰ ਵਿੱਚ ਰਹੇ ਹੋ, ਬਚਪਨ ਵਿੱਚ ਹੀ ਅਰਥਬੋਧ ਕਰ ਲਏ ਹੋਣਗੇ, ਸਾਰੀ ਗੱਲ ਸਮਝ ਲਈ ਹੋਏਗੀ। ਪਰ ਜੇ ਤੁਸੀਂ ਗੁਰੂ ਨਾਨਕ ਦੇ ਘਰ ਦੀ ਬਖਸ਼ਿਸ਼ ਦੇਖਣੀ ਹੈ ਤਾਂ ਇਹ ਗੀਤਾ ਦੇ ਅਰਥ ਤਾਂ ਕੋਈ ਸਧਾਰਨ ਸਿੱਖ ਵੀ ਕਰ ਦੇਗਾ। ਕਹਿਣ ਲੱਗੇ ਤੁਸੀਂ ਜਿਹਨੂੰ ਇਸ਼ਾਰਾ ਕਰੋਗੇ ਉਹ ਹੀ ਅਰਥ ਕਰ ਦੇਗਾ। ਗੁਰੂ ਨਾਨਕ ਦੇ ਘਰ ਦੇ ਵਿੱਚ ਏਡੀ ਬਖਸ਼ਿਸ਼। ਕਹਿੰਦੇ ਉੱਥੇ ਸੰਗਤਾਂ ਨੂੰ ਜਲ ਛਕਾਉਣ ਦੀ ਸੇਵਾ ਕਰਦਾ ਹੈ ਭਾਈ ਛੱਜੂ ਝਿਊਰ। ਕਹਿੰਦੇ ਇਹ ਜਗਨਨਾਥਪੁਰੀ ਉੜੀਸਾ ਦਾ ਉਸ ਇਲਾਕੇ ਦੇ ਵਿੱਚ ਪ੍ਰਚਾਰਕ ਸੀ। ਹੁਣ ਅਖੌਤੀ ਤੌਰ ਤੇ ਇਹਨੂੰ ਕਿਹਾ ਜਾਂਦਾ ਸੀ ਨੀਵੀਂ ਜਾਤ ਵਾਲਾ, ਤੇ ਨੀਵੀਂ ਜਾਤ ਵਾਲੇ ਬੰਦੇ ਦੇ ਪ੍ਰਥਾਏ ਇਹ ਗੱਲ ਉਸ ਸਮੇਂ ਪ੍ਰਚਲਿਤ ਸੀ ਕਿ ਉਹ ਕੋਈ ਧਰਮ ਗ੍ਰੰਥਾਂ ਨੂੰ ਸੁਣ ਨਹੀਂ ਸਕਦਾ, ਨਾ ਹੀ ਗ੍ਰੰਥਾਂ ਦਾ ਪਾਠ ਬੋਲ ਕੇ ਉਚਾਰਨ ਕਰ ਸਕਦਾ ਏ। ਸਮੇਂ ਦੇ ਉੱਚ ਜਾਤੀ ਲੋਕਾਂ ਨੇ ਮੰਨਿਆ ਹੋਇਆ ਸੀ ਕਿ ਨੀਵੀਂ ਜਾਤ ਦਾ ਬੰਦਾ ਕੋਈ ਵੀ ਧਰਮ ਕਰਮ ਨਹੀਂ ਕਰਦਾ, ਇਸ ਕਰਕੇ ਉਹ ਬਿਲਕੁਲ ਗੂੰਗਾ ਤੇ ਬੋਲਾ ਹੀ ਹੈ। ਭਾਵ ਨਾ ਉਹਨੇ ਕਦੇ ਕੋਈ ਗ੍ਰੰਥ ਦੀ ਗੱਲ ਸੁਣੀ ਹੈ, ਨਾ ਉਹਨੇ ਕਦੇ ਬੋਲੀ, ਇਹਨੂੰ ਕੀ ਗਿਆਨ ਹੋਏਗਾ। ਕਹਿੰਦੇ ਜੀ ਇਹਦੇ ਕੋਲੋਂ ਅਰਥ ਕਰਾਓ। ਮਹਾਰਾਜ ਕਹਿੰਦੇ ਤੁਸੀਂ ਸ਼ਲੋਕ ਪੜੋ। ਹੁਣ ਪੰਡਤ ਜੀ ਸ਼ਲੋਕ ਪੜ੍ਹਦੇ ਨੇ, ਭਾਈ ਛੱਜੂ ਜੀ ਨੇ ਉਸ ਸ਼ਲੋਕ ਦੇ ਜਦੋਂ ਬਾ ਕਮਾਲ ਅਰਥ ਕੀਤੇ ਤੇ ਪੰਡਤ ਲਾਲ ਚੰਦ ਦਾ ਮਾਨ ਟੁੱਟ ਗਿਆ, ਸਤਿਗੁਰਾਂ ਦੇ ਚਰਨਾਂ ਤੇ ਢਹਿ ਪਿਆ। ਕਹਿਣ ਲੱਗਾ ਮਹਾਰਾਜ ਆਪ ਜੀ ਦੇ ਦਰ ਤੇ ਜਿਹੜੇ ਲੋਕ ਸੰਗਤਾਂ ਦੀ ਜਲ ਛਕਾਉਣ ਦੀ ਸੇਵਾ ਕਰਦੇ ਨੇ, ਜੇ ਉਹਨਾਂ ਨੂੰ ਇੰਨਾ ਗਿਆਨ ਹੈ ਤੇ ਹੋਰ ਜਿਹੜੇ ਆਪ ਦੇ ਗੁਰਸਿੱਖ ਨੇ ਜਾਂ ਆਪ ਉਹ ਕਿੰਨੇ ਮਹਾਨ ਹੋਵੋਗੇ। ਮਾਨ ਟੁੱਟ ਗਿਆ, ਹੰਕਾਰ ਟੁੱਟ ਗਿਆ ਤੇ ਪੰਡਤ ਲਾਲ ਚੰਦ ਵੀ ਗੁਰੂ ਕਾ ਸਿੱਖ ਬਣਿਆ। ਰਾਜਾ ਮਿਰਜ਼ਾ ਜੈ ਸਿੰਘ ਦੇ ਬੰਗਲੇ ਵਿੱਚ ਮਹਾਰਾਜ ਪਹੁੰਚਦੇ ਨੇ। ਇੱਥੇ ਇਹਦੀ ਰਾਣੀ ਨੇ ਵੀ ਸਤਿਗੁਰਾਂ ਦੀ ਪਰਖ ਕਰਨੀ ਚਾਹੀ, ਨਾਲ ਕਈ ਗੋਲੀਆਂ ਬਿਠਾ ਲਈਆਂ, ਰਾਣੀਆਂ ਵਾਲੇ ਕੱਪੜੇ ਪਵਾ ਦਿੱਤੇ ਤੇ ਇਹ ਸ਼ਰਤ ਰੱਖੀ ਕਿ ਮੈਂ ਸਤਿਗੁਰਾਂ ਨੂੰ ਤਾਂ ਮੰਨਾਂਗੀ ਪੂਰਨ ਜੇ ਆ ਕੇ ਮੇਰੀ ਗੋਦ ਵਿੱਚ ਬਹਿ ਜਾਣ। ਤੇ ਮਹਾਰਾਜ ਸਾਰੀਆਂ ਗੋਲੀਆਂ ਨੂੰ ਛੱਡ ਕੇ ਤੇ ਰਾਣੀ ਦੀ ਗੋਦ ਵਿੱਚ ਆ ਕੇ ਬਹਿ ਗਏ। ਆਖਿਆ ਤੂੰ ਰਾਣੀ ਹੈ ਪਰ ਤੂੰ ਗੋਲੀਆਂ ਵਾਲੇ ਕੱਪੜੇ ਪਾ ਕੇ ਭੁਲੇਖੇ ਪਾਉਣੀ ਹੈ, ਇਹ ਗੱਲ ਧਿਆਨ ਰੱਖੀ। ਇਹ ਰਾਜ ਭਾਗ ਜਿਹੜਾ ਹੈ ਅਕਾਲ ਪੁਰਖ ਦੀ ਕਿਰਪਾ ਨਾਲ ਮਿਲਿਆ ਹੈ, ਇਸ ਕਰਕੇ
ਕਦੇ ਮਨ ਵਿੱਚ ਮਾਣ ਹੰਕਾਰ ਨਾ ਕਰੀਏ, ਕਿਉਂਕਿ ਨਦਰੋਂ ਪੱਠੀ ਜੇ ਕਰੇ ਸੁਲਤਾਨਾ, ਕਹਾ ਕਰਾਇੰਦਾ ਦਰ ਮੰਗਣ ਭਿਖ ਨਾ ਪਾਇੰਦਾ। ਇਹ ਰਾਜ ਭਾਗ ਮਿਲੇ ਨੇ, ਮਾਲਕ ਦੀ ਕਿਰਪਾ ਹੈ। ਜੇ ਉਹਦੀ ਨਜ਼ਰੋਂ ਪੱਠੀ ਹੋ ਜਾਏ ਤੇ ਵੱਡੇ ਵੱਡੇ ਰਾਜੇ ਵੀ ਗਲੀਆਂ ਦੇ ਕੱਖਾਂ ਵਾਂਗੂ ਰੁਲ ਜਾਂਦੇ ਨੇ। ਸੋ ਦਿੱਲੀ ਦੀ ਧਰਤੀ ਤੇ ਉਹਨਾਂ ਦਿਨਾਂ ਦੇ ਵਿੱਚ ਚੇਚਕ ਦਾ ਬੜਾ ਭਿਆਨਕ ਅਸਰ, ਬਹੁਤ ਲੋਕ ਇਸ ਬਿਮਾਰੀ ਤੋਂ ਗ੍ਰਸਤ ਨੇ। ਤੇ ਜਦੋਂ ਸਤਿਗੁਰੂ ਇਸ ਧਰਤੀ ਤੇ ਆਏ, ਸਤਿਗੁਰੂ ਦੇ ਦਰਸ਼ਨ ਕਰਕੇ ਉਪਦੇਸ਼ ਲੈ ਕੇ ਸਤਿਗੁਰਾਂ ਨੇ ਇਲਾਜ ਕੀਤਾ ਤੇ ਦਿੱਲੀ ਦੀ ਧਰਤੀ ਤੇ ਜਿਹੜੇ ਲੋਕ ਰੋਗ ਨਾਲ ਗ੍ਰਸਤ ਸਨ ਉਹਨਾਂ ਨੂੰ ਆਰਾਮ ਮਿਲਿਆ ਤੇ ਸਾਰੀ ਖਲਕਤ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਦੇ ਦਰਸ਼ਨ ਕਰਨ ਵਾਸਤੇ ਪਹੁੰਚੀ ਬੰਗਲਾ ਸਾਹਿਬ ਦੀ ਧਰਤੀ ਤੇ ਸਾਰੀ ਸੰਗਤ ਮਾਨੋ ਇਹ ਕਹਿ ਰਹੀ ਹੋਵੇ, ਜਿਸ ਡਿਠੇ ਸਭ ਦੁੱਖ ਜਾਏ, ਜਿਸ ਡਿਠੇ ਸਭ ਦੁੱਖ ਜਾਏ, ਜਿਸ ਡਿਠੇ ਸਭ, ਜਿਸ ਡਿਠੇ ਸਭ ਦੁੱਖ ਜਾਏ, ਜਿਸ ਡਿਠੇ ਸਭ ਦੁੱਖ ਜਾਏ, ਜਿਸ ਡਿਠੇ ਸਭ ਦੁੱਖ। ਸ਼੍ਰੀ ਹਰਿ ਕ੍ਰਿਸ਼ਨ ਧਿਆਈਐ, ਸ਼੍ਰੀ ਹਰਿ ਕ੍ਰਿਸ਼ਨ ਧਿਆਈਐ, ਸ਼੍ਰੀ ਹਰਿ ਕ੍ਰਿਸ਼ਨ ਧਿਆਈਐ, ਸ਼੍ਰੀ ਹਰਿ ਕ੍ਰਿਸ਼ਨ ਧਿਆਈਐ। ਜਿਸ ਡਿਠੇ ਸਭ ਦੁੱਖ ਜਾਏ, ਜਿਸ ਡਿਠੇ ਸਭ ਦੁੱਖ ਜਾਏ, ਜਿਸ ਡਿਠੇ ਸਭ ਦੁੱਖ। ਸਮੁੱਚੀਆਂ ਸੰਗਤਾਂ ਸਤਿਗੁਰਾਂ ਦੇ ਦਰਸ਼ਨ ਦੀਦਾਰ ਕਰਕੇ ਆਰੋਗ ਹੋਈਆਂ, ਰੋਗਾਂ ਤੋਂ ਮੁਕਤੀ ਪਾਈ, ਸਤਿਗੁਰੂ ਪਾਤਸ਼ਾਹ ਜੀ ਦੇ ਕੋਲੋਂ ਚਰਨ ਪੌ ਲੈ ਕੇ ਸਿੱਖੀ ਦੀ ਦਾਤ ਧਾਰਨ ਕੀਤੀ। ਉਸ ਮਹਾਨ ਸਤਿਗੁਰਾਂ ਦਾ ਅੱਜ ਪ੍ਰਕਾਸ਼ ਪੁਰਬ ਦਿਹਾੜਾ ਹੈ। ਸਮੁੱਚੀਆਂ ਸੰਗਤਾਂ ਨੂੰ ਫਿਰ ਇੱਕ ਵਾਰੀ ਸਤਿਗੁਰਾਂ ਦੇ ਪਾਵਨ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ ਹੋਣ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਜੀ। ਹੋਈਆਂ ਭੁੱਲਾਂ ਨਾ ਚਿਤਾਰਨੀਆਂ, ਗੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।